हाँ जी बेटा, अज आपां कहानी पढ़ते हैं। ठीक है, बाकी सब सुख संद है जो कि मोहन भंडारी जी की लिखी हुई है। इस कहानी नूं ध्यान नाल सुनियो बेटा, बहुत वधिया कहानी है ये। बाकी सब सुख संद है कहानी प्रसिद्ध कहानीकार मोहन भंडारी द्वारा लिखी गई है। इस विच उसने पिंड दे लोकां दे दुख दर्दां नूं बयान किया होया है। कहानी का जिहड़ा मुख पात्र है वो कौन है, उन्होंने सारे सुखां दुखां का एक तरह के नाल भाईवाल बन जाता है। क्यों बन जाता है? क्योंकि मोहन सिंह ही हुंदा जिहड़ा पूरे पिंड दे विचों हो 5वीं जमात तो लैके 10वीं जमात तक, ठीक है, सारे पिंड दे अपने आले दुआले दे घरां दियां सब दियां चिट्ठियां लिखदा आ रहा हुंदा। पूरे 5 साल हो गए हुंदे ने उहनूं चिट्ठियां लिखदे नूं। जिवें ठीक है, पूरे पिंड दे विचों सिर्फ कोई एक इंसान ही होवे पढ़िया लिखिया, जे किवें किते पढ़त लिखत दा काम करना है जां कुछ भी करना है तां ਉਹ सिर्फ ਆਪਾਂ ਉਸੇ ਬੰਦੇ ਨੂੰ ਕਿਹਾ ਜਾਂਦਾ ਹੈ। ਠੀਕ ਹੈ, ਤਾਂ ਉਹੀ ਬੰਦਾ ਹੀ ਪੜ੍ਹ ਲਿਖ ਸਕਦਾ ਹੈ ਤੇ ਚਿੱਠੀਆਂ ਲਿਖ ਸਕਦਾ ਹੈ। ਇਸੇ ਤਰ੍ਹਾਂ ਹੀ ਮੋਹਨ ਸਿੰਘ ਹੀ ਆਪਣੇ ਪਿੰਡ ਦੇ ਵਿੱਚ ਸਿਰਫ ਇੱਕੋ ਹੀ ਇਨਸਾਨ ਸੀ ਪੜ੍ਹਿਆ ਲਿਖਿਆ, ਜਿਹਦੇ ਤੋਂ ਸਾਰੇ ਲੋਕ ਚਿੱਠੀਆਂ ਲਿਖਵਾਉਂਦੇ ਰਹਿੰਦੇ ਸੀਗੇ। ਤਾਂ ਉਸ ਤੋਂ ਬਾਅਦ ਉਹਨੂੰ ਪੂਰੇ 5 ਸਾਲ ਹੋ ਗਏ ਸੀਗੇ ਚਿੱਠੀਆਂ ਲਿਖਦੇ ਨੂੰ, ਪਰ ਉਹ ਚਿੱਠੀਆਂ ਲਿਖ ਲਿਖ ਕੇ ਅੱਕ ਚੁੱਕਿਆ ਸੀਗਾ। ਲੋਕ ਚਿੱਠੀਆਂ ਵੀ ਸਿੱਧੀ ਤਰ੍ਹਾਂ ਨਹੀਂ ਲਿਖਵਾਉਂਦੇ ਸੀ। ਕੁੜੀਆਂ 4-4 ਸਫ਼ੇ ਦੀਆਂ ਜਿਹੜੀਆਂ ਚਿੱਠੀਆਂ ਦੇ ਵਿੱਚ ਦੋਹੇ, ਟੋਟਕੇ, ਟਿਚਰਾਂ ਸਭ ਕੁਝ ਜੋੜ-ਜੋੜ ਕੇ ਮੋਹਨ ਪਾਸੋਂ ਲਿਖਵਾਉਂਦੀਆਂ ਰਹਿੰਦੀਆਂ ਸੀ। ਬਾਕੀ ਪਿੰਡ ਦੀਆਂ ਕੁੜੀਆਂ ਸੀ ਜਿਹੜੀਆਂ, ਉਹ ਵੀ ਮੋਹਨ ਕੋਲੋਂ ਆਪਣੇ ਪਿੰਡ ਦੀਆਂ ਬੁੜੀਆਂ ਕੁੜੀਆਂ ਬਜ਼ੁਰਗ ਜੋ ਵੀ ਸੀ ਮੋਹਨ ਦੇ ਪਾਸੋਂ ਆਪਣੇ ਚਿੱਠੀਆਂ ਲਿਖਵਾਉਂਦੀਆਂ ਤੇ ਉਸ ਦੇ ਵਿੱਚ ਰੋਣੇ ਰੋਂਦੀਆਂ ਰਹਿੰਦੀਆਂ ਸੀ। ਉਹ ਜਿਸ ਦੇ ਵਿੱਚ ਕੀ ਕਰਦੀਆਂ ਸੀ, ਉਹ ਆਪਣੇ ਕੋਈ ਕਹਿੰਦੀ ਸੀ ਮੇਰੀ ਕਪੱਤੀ ਨੂੰਹ ਹੈ, ਜਾਂ ਮਾਪਿਆਂ ਦੇ ਘਰ ਬੈਠੀ ਹੋਈ ਆਪਣੀ ਤੜਫਦੀ ਹੋਈ ਧੀ, ਫੌਜ ਦੇ ਵਿੱਚ ਭਰਤੀ ਹੋਇਆ ਪੁੱਤਰ, ਹੱਥ ਦੀ ਤੰਗੀ, ਠੀਕ ਹੈ, ਆਰਥਿਕ ਤੰਗੀ ਹੋ ਗਈ, ਮੁਕੱਦਮੇ, ਕਿਸੇ ਦੀ ਕੋਈ ਪੇਸ਼ੀ ਚੱਲ ਰਹੀ ਹੈ, ਕੋਈ ਲੜਾਈ ਝਗੜੇ ਚੱਲ ਰਹੇ ਨੇ, ਉਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਹੁੰਦਾ ਸੀ, ਜਿਹੜਾ ਕਿ ਮੋਹਨ ਦੇ ਘਰ ਆ ਕੇ ਉਸਦੇ ਹੱਥੋਂ ਚਿੱਠੀ ਲਿਖਵਾਉਂਦੀਆਂ ਸੀ ਤੇ ਇਹ ਸਾਰੀਆਂ ਗੱਲਾਂ ਉਹਨੂੰ ਬੋਲਦੀਆਂ ਸੀ ਵੀ ਆਹ ਕੁਝ ਚਿੱਠੀ ਦੇ ਵਿੱਚ ਤੂੰ ਲਿਖੀ ਜਾ। ਫਿਰ ਉਸ ਤੋਂ ਬਾਅਦ ਮੋਹਨ ਸਿੰਘ ਸੀ ਜਿਹੜਾ ਉਹ ਸਾਰਾ ਦਿਨ ਚਿੱਠੀਆਂ ਲਿਖ ਲਿਖ ਕੇ ਦੂਰਾ ਹੋ ਜਾਂਦਾ, ਮਤਲਬ ਬਹੁਤ ਦੁਖੀ ਹੋ ਜਾਂਦਾ ਸੀਗਾ। ਉਹ ਇੱਕ ਦਿਨ ਲੋਕਾਂ ਦੇ ਬਾਰੇ ਸੋਚਦਾ ਕਿ ਇਹ ਲੋਕ ਕਦੇ ਖੁਸ਼ ਵੀ ਹੋਣਗੇ, ਕਿ ਉਹ ਸੋਚਦਾ ਸੀ ਵੀ ਜਿਹੜਾ ਸਾਰਾ ਸੰਸਾਰ ਹੈ, ਜਿਵੇਂ ਮਹਾਤਮਾ ਬੁੱਧ ਜੀ ਦਾ ਉਹਨਾਂ ਨੂੰ ਕਥਨ ਯਾਦ ਆ ਜਾਂਦਾ ਹੈ ਵੀ ਜਿਹੜਾ ਸਾਰਾ ਸੰਸਾਰ ਉਹ ਕੀ ਹੈ, ਦੁੱਖਾਂ ਦਾ ਘਰ ਹੈ। ਠੀਕ ਹੈ, ਵੀ ਕੋਈ ਵੀ ਇਨਸਾਨ ਆ ਕੇ ਮੇਰੇ ਤੋਂ ਕੋਈ ਚੰਗੀ ਚੀਜ਼ ਨਹੀਂ ਲਿਖਵਾਉਂਦਾ, ਕੋਈ ਨਹੀਂ ਆ ਕੇ ਕਹਿੰਦਾ ਵੀ ਮੈਂ ਬਿਲਕੁਲ ਸੌਖਾ, ਜਾਂ ਮੇਰੀ ਚਿੱਠੀ ਲਿਖੀ ਹੋਈ ਚਿੱਠੀ ਨੂੰ ਪੜ੍ਹ ਕੇ ਕੋਈ ਦੂਜਾ ਉਦਾਸ ਨਾ ਹੋਵੇ, ਖੁਸ਼ ਹੋਵੇ। ਪਰ ਇਹ ਬਿਲਕੁਲ ਨਹੀਂ ਸੀਗਾ। ਮੋਹਨ ਸਿੰਘ ਚਾਹੁੰਦਾ ਸੀ ਕਿ ਲੋਕ ਉਹਦੇ ਕੋਲੋਂ ਉਹ ਗੱਲਾਂ ਲਿਖਵਾਉਣ ਵੀ ਜਿਸ ਦੇ ਨਾਲ ਕਿਸੇ ਦਾ ਮਨ ਨਾ ਉਦਾਸ ਹੋਵੇ ਤੇ ਨਾ ਹੀ ਉਹਦਾ ਖੁਦ ਦਾ ਮਨ ਉਦਾਸ ਹੋਵੇ, ਸਗੋਂ ਸਾਰੇ ਹੱਸਦੇ ਰਹਿਣ ਤੇ ਮੈਂ ਵੀ ਹੱਸਦਾ ਹੋਇਆ ਚਿੱਠੀ ਲਿਖਾਂ ਤੇ ਜਿਹੜਾ ਅੱਗੇ ਪੜ੍ਹਨ ਵਾਲਾ ਉਹ ਵੀ ਖੁਸ਼ ਹੋ ਜਾਵੇ ਚਿੱਠੀ ਪੜ੍ਹ ਕੇ। ਪਰ ਅਜਿਹਾ ਨਹੀਂ ਸੀਗਾ। ਪਿੰਡ ਦੇ ਲੋਕਾਂ ਨੂੰ ਲੱਗਦਾ ਸੀ ਕਿ ਹੁਣ ਮੋਹਨ ਹੰਕਾਰ ਗਿਆ ਹੈ, ਪਰ ਉਹ ਸਮਝਦਾ ਸੀ ਕਿ ਉਸ ਤੋਂ ਬਿਨਾਂ ਹੋਰ ਕੋਈ ਚਿੱਠੀ ਨਹੀਂ ਲਿਖ ਸਕਦਾ। ਹਰ ਕੋਈ ਉਸਦੇ ਬਾਰੇ ਅਲੱਗ-ਅਲੱਗ ਗੱਲਾਂ ਕਰਦਾ ਸੀਗਾ। ਕਦੇ-ਕਦੇ ਮੋਹਨ ਦਾ ਜੀ ਕਰਦਾ ਕਿ ਉਹ ਪਿੰਡ ਛੱਡ ਕੇ ਕਿਤੇ ਦੂਰ ਚਲਾ ਜਾਵੇ, ਕਿਉਂਕਿ ਉਸਦਾ ਮਨ ਅੱਕ ਚੁੱਕਿਆ ਸੀ ਲੋਕਾਂ ਦੇ ਦੁੱਖ ਦਰਦ ਸੁਣ-ਸੁਣ ਕੇ। ਜਿੱਥੇ ਉਸਨੂੰ ਕੋਈ ਜਾਣਦਾ ਵੀ ਨਾ ਹੋਵੇ, ਉੱਥੇ ਨਾ ਕੋਈ ਉਸ ਕੋਲੋਂ ਚਿੱਠੀਆਂ ਲਿਖਵਾਵੇ ਅਤੇ ਨਾ ਹੀ ਉਸਨੂੰ ਕੋਈ ਤੰਗ ਕਰੇ। ਉਸਨੇ 5ਵੀਂ ਵਿੱਚ ਹੋ ਚੁੱਕੇ ਹੋਰਨਾਂ ਬੱਚਿਆਂ ਬਾਰੇ ਵੀ ਇਸ਼ਾਰਾ ਕੀਤਾ। ਪਿੰਡ ਦੇ ਬੱਚੇ ਸੀ ਜਿਹੜੇ ਕੁਝ ਉਹ 5ਵੀਂ ਜਮਾਤ ਪਾਸ ਕਰ ਗਏ ਸੀਗੇ। ਉਹ ਪਿੰਡ ਦੇ ਲੋਕਾਂ ਨੂੰ ਉਹਨਾਂ ਬਾਰੇ ਵੀ ਦੱਸ ਦਿੰਦਾ ਸੀ ਵੀ ਤੁਸੀਂ ਉਹਨਾਂ ਕੋਲ ਚਿੱਠੀਆਂ ਲਿਖਵਾ ਲਓ, ਮੇਰੇ ਕੋਲ ਕੀ ਆਉਂਦੇ ਹੋ ਘਰ, ਮੇਰੇ ਕੋਲ ਕਿਉਂ ਚਿੱਠੀਆਂ ਲਿਖਵਾਉਂਦੇ ਹੋ, ਉਹ ਵੀ ਤਾਂ ਪੜ੍ਹੇ ਲਿਖੇ ਨੇ, ਉਹਨਾਂ ਤੋਂ ਲਿਖਵਾ ਲਓ। ਪਰ ਜਿਹੜੇ ਪਿੰਡ ਦੇ ਲੋਕ ਸੀਗੇ ਉਹ ਕੀ ਆ, ਉਹਦੀ ਗੱਲ ਨੂੰ ਟਾਲ ਦਿੰਦੇ ਸੀਗੇ। ਉਹ ਕਹਿੰਦੇ ਸੀ ਵੀ ਕਬੀਲਦਾਰੀ ਦੇ 100 ਪੜਦੇ ਹੁੰਦੇ ਨੇ, ਜਿਹੜੇ ਕਿ ਕਿਸੇ ਦੇ ਸਾਹਮਣੇ ਹਰੇਕ ਘਰ ਦਾ ਭੇਤ ਨਹੀਂ ਖੋਲਿਆ ਜਾਂਦਾ ਹੈਗਾ। ਕਈ ਵਾਰ ਉਹਨਾਂ ਦਾ ਇੰਨਾ ਪਿਆਰ ਨਾਲ ਕਿਹਾ ਹੋਇਆ ਬੋਲ ਸੀ ਜਿਹੜਾ ਉਹ ਮੁੰਡੇ ਨੂੰ ਬਹੁਤ ਚੰਗਾ ਲੱਗਦਾ ਸੀਗਾ, ਕਿਉਂਕਿ ਉਹ ਉਹਨਾਂ ਦੇ ਘਰ ਦੀ ਜਿਹੜੀ ਹਰੇਕ ਗੱਲ ਹੁੰਦੀ ਸੀ ਜਾਂ ਕੋਈ ਘਟਨਾ ਹੁੰਦੀ ਸੀ, ਹਰੇਕ ਗੱਲ ਤੋਂ ਵਾਕਿਫ ਸੀ, ਭਾਵ ਕੀ ਸੀ, ਜਾਣੂ ਸੀ ਮੋਹਨ ਸਿੰਘ। ਉਸਨੂੰ ਕਈ ਵਾਰੀ ਇਹ ਵੀ ਲੱਗਦਾ ਸੀ ਕਿ ਜਿਵੇਂ ਉਹਨਾਂ ਦੇ ਘਰ ਦਾ ਕੋਈ ਉਹ ਜੀ ਹੀ ਹੋਵੇ। ਕਿਉਂ ਹੋਵੇ? ਕਿਉਂਕਿ ਸਾਰੇ ਦੁੱਖ ਦਰਦ ਤਕਲੀਫਾਂ, ਘਰ ਦੀਆਂ ਆਰਥਿਕ ਤੰਗੀ ਦੀਆਂ ਗੱਲਾਂ ਸਾਰੀਆਂ ਉਹ ਮੋਹਨ ਸਿੰਘ ਦੇ ਨਾਲ ਸਾਂਝੀਆਂ ਕਰਦੇ ਸੀ, ਜਿਹੜੀਆਂ ਮੋਹਨ ਸਿੰਘ ਚਿੱਠੀ ਦੇ ਵਿੱਚ ਲਿਖ ਦਿੰਦਾ ਸੀਗਾ।
ਪਰ ਇਸ ਦੇ ਬਾਵਜੂਦ ਵੀ ਉਹ ਹਰ ਮੌਕੇ ਉਸ ਨੂੰ ਟਾਲਣ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ। ਉਸ ਨੂੰ ਕਿਸੇ ਦੇ ਘਰ ਜਾ ਕੇ ਚਿੱਠੀ ਲਿਖਣ ਲੱਗਿਆਂ ਝਿਜਕ ਮਹਿਸੂਸ ਹੁੰਦੀ ਸੀਗੀ, ਪਰ ਫਿਰ ਵੀ ਮਜਬੂਰੀ ਸੀ, ਉਹਨੂੰ ਜਾਣਾ ਪੈਂਦਾ ਸੀ। ਇੱਕ ਦਿਨ ਜਾਗਰ ਫੌਜੀ ਦੀ ਮਾਂ ਹਰਕੌਰ ਜਦੋਂ ਮੋਹਨ ਨੂੰ ਚਿੱਠੀ ਲਿਖਵਾਉਣ ਲਈ ਆਪਣੇ ਘਰ ਲੈ ਜਾਣ ਲਈ ਆਈ ਤਾਂ ਮੋਹਨ ਨੇ ਉਸ ਨੂੰ ਟਾਲ ਮਟੋਲ ਕੀਤੀ, ਪਰ ਹਰਕੌਰ ਦੀਆਂ ਅੱਖਾਂ ਵਿੱਚ ਅਥਰੂ ਦੇਖ ਕੇ ਉਹ ਉਸ ਦੇ ਮਗਰ ਤੁਰ ਪਿਆ। ਉਹਨੂੰ ਤਰਸ ਆ ਗਿਆ ਹਰਕੌਰ ਤੇ। ਹਰਕੌਰ ਨੇ ਘਰ ਜਾ ਕੇ ਮੋਹਨ ਨੂੰ ਪੀੜੀ ਉੱਤੇ ਬਿਠਾ ਕੇ ਕਾੜਨੀ ਦੇ ਵਿੱਚੋਂ ਦੁੱਧ ਦਾ ਗਲਾਸ ਲਿਆ ਕੇ ਦਿੱਤਾ। ਕਾੜਨੀ ਕਿਹਨੂੰ ਕਹਿੰਦੇ ਨੇ ਬੇਟਾ? ਇਹ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਹੁੰਦੇ ਸੀ, ਹੁਣ ਤਾਂ ਬਹੁਤ ਘੱਟ ਲੋਕਾਂ ਦੇ ਘਰ 'ਚ ਹੋਣਗੇ। ਹਾਰਾ ਹੁੰਦਾ ਹੈ ਇੱਕ, ਠੀਕ ਹੈ, ਧਰਤੀ ਦੇ ਵਿੱਚ ਬਣਿਆ ਹੁੰਦਾ ਜਾਂ ਮਿੱਟੀ ਦਾ ਵੀ ਬਣਾ ਲੈਂਦੇ ਨੇ ਕੁਝ ਲੋਕ। ਫਿਰ ਉਹਦੇ ਵਿੱਚ ਪਾਥੀਆਂ ਪਾ ਕੇ, ਅੱਗ ਪਾ ਕੇ, ਠੀਕ ਹੈ, ਉਹਦੇ ਵਿੱਚ ਤੌੜੀ ਰੱਖ ਦਿੰਦੇ ਨੇ, ਠੀਕ ਹੈ। ਤੌੜੀ ਮਤਲਬ ਇੱਕ ਘੜੇ ਟਾਈਪ ਹੁੰਦਾ, ਉਹ ਰੱਖ ਦਿੰਦੇ ਨੇ, ਉਹਦੇ ਵਿੱਚ ਦੁੱਧ ਪਾ ਦਿੰਦੇ ਨੇ। ਉਹ ਦੁੱਧ ਹੈ ਜਿਹੜਾ ਸਾਰਾ ਦਿਨ ਕੜੀ ਜਾਂਦਾ ਹੈ, ਠੀਕ ਹੈ। ਤਾਂ ਜਦੋਂ ਸ਼ਾਮ ਨੂੰ ਉਹ ਫਿਰ ਕਾੜਨੀ ਦੇ ਵਿੱਚੋਂ ਕੱਢ ਕੇ ਦੁੱਧ ਪੀਂਦੇ ਨੇ, ਉਹਦੇ ਵਿੱਚੋਂ ਦਹੀਂ ਵਗੈਰਾ ਵੀ ਜਵਾ ਦਿੰਦੇ ਨੇ, ਠੀਕ ਹੈ। ਤਾਂ ਉਹਦਾ ਦੁੱਧ ਦਾ ਟੇਸਟ ਵੱਖਰਾ ਹੋ ਜਾਂਦਾ, ਬਹੁਤ ਵਧੀਆ ਦੁੱਧ ਹੋ ਜਾਂਦਾ। ਉਹਨੂੰ ਕਹਿੰਦੇ ਨੇ ਕਾੜਨੀ ਚੋਂ ਦੁੱਧ ਦਾ ਗਲਾਸ ਲਿਆ ਕੇ ਦਿੱਤਾ ਮੋਹਨ ਸਿੰਘ ਨੂੰ। ਉਸਨੇ ਮੋਹਨ ਸਿੰਘ ਨੂੰ ਕਾਂਸੀ ਦੀ ਥਾਲੀ ਵਿੱਚ ਪੋਸਟ ਕਾਰਡ ਰੱਖ ਕੇ ਉਹਨੂੰ ਫੜਾਉਂਦਿਆਂ ਕਿਹਾ ਕਿ ਉਹ ਉਸ ਉੱਪਰ ਚੰਗੇ ਬੋਲ ਲਿਖ ਦੇਵੇ। ਪਹਿਲਾਂ ਸ਼ੁਰੂਆਤ ਦੇ ਵਿੱਚ ਵਧੀਆ ਚੰਗੀਆਂ ਗੱਲਾਂ ਲਿਖ ਦੇਵੇ। ਮੋਹਨ ਸਿੰਘ ਕਿਹਨੂੰ ਚਿੱਠੀ ਲਿਖਵਾ ਰਹੀ ਸੀ? ਹਰਕੌਰ ਆਪਣੇ ਪੁੱਤਰ ਜਾਗਰ ਸਿੰਘ ਨੂੰ। ਅੰਦਰ ਹਰਕੌਰ ਦੀ ਨੂੰ ਕਰਤਾਰੋ ਸੀ, ਜਦ ਕਿ 2 ਦਿਨ ਪਹਿਲਾਂ ਹੀ ਉਹਦੇ ਪੁੱਤਰ ਹੋਇਆ ਸੀ, ਜਿਹੜੀ ਕਿ ਦਰਦ ਦੇ ਨਾਲ ਬਹੁਤ ਜ਼ਿਆਦਾ ਬੇਹਾਲ ਸੀ। ਹਰਕੌਰ ਨੇ ਮੋਹਨ ਸਿੰਘ ਨੂੰ ਕਿਹਾ ਕਿ ਉਹ ਅਜਿਹੀ ਚਿੱਠੀ ਲਿਖੇ ਜਿਸ ਨਾਲ ਉਸ ਦਾ ਪੁੱਤਰ ਹੈ ਜਿਹੜਾ ਫੌਜ ਦੇ ਵਿੱਚੋਂ ਨਾ ਕਟਵਾ ਕੇ ਆ ਜਾਵੇ। ਪਰ ਫੌਜੀ ਬਾਪੂ ਦੇ ਵੱਲੋਂ ਪੇਸ਼ੀ ਭੁਗਤਣ ਬਾਰੇ, ਠੀਕ ਹੈ, ਦੀਪੋ ਦੇ ਪ੍ਰਾਹੁਣੇ ਦੀ ਪੁੱਛਗਿੱਛ ਕਰਨ ਲਈ ਤੇ ਮੱਝ ਦੀ ਬਿਮਾਰੀ, ਨਾਰੂ ਬੱਚੇ ਨੂੰ ਵੇਚਣ ਦੀ ਵਾਰੀ, ਇਹਦੇ ਬਾਰੇ ਸਭ ਕੁਝ ਉਹਨੇ ਲਿਖਵਾ ਦਿੱਤਾ ਚਿੱਠੀ ਵਿੱਚ। ਮੋਹਨ ਨੂੰ ਜਦੋਂ ਕੁਝ ਹੋਰ ਲਿਖਵਾਉਣ ਲਈ ਪੁੱਛਿਆ ਤਾਂ ਹਰਕੌਰ ਨੇ ਕਿਹਾ ਕਿ ਉਹ ਇਸ ਚਿੱਠੀ ਨੂੰ ਤਾਰ ਸਮਝ ਕੇ ਜਲਦੀ ਆ ਜਾਵੇ, ਕਿਉਂਕਿ ਕਰਤਾਰੋ ਦੇ ਕਾਕਾ ਹੋ ਕੇ ਗੁਜ਼ਰ ਗਿਆ ਹੈ। ਭਾਵ ਕੀ ਹੈ? ਹਰਕੌਰ ਦਾ ਜਿਹੜਾ ਪੋਤਾ ਸੀ 2 ਦਿਨਾਂ ਦਾ ਹੋ ਕੇ ਉਹ ਗੁਜ਼ਰ ਗਿਆ ਸੀ, ਪਰ ਉਹ ਆਪ ਮੰਜੇ ਤੇ ਮਰਨ ਵਾਲੀ ਪਈ ਹੈ ਹਰਕੌਰ। ਮੋਹਨ ਹਰਕੌਰ ਦੀ ਗੱਲ ਸੁਣ ਕੇ ਸੁੰਨ ਹੋ ਗਿਆ। ਉਸਨੇ ਹਰਕੌਰ ਨੂੰ ਕਿਹਾ ਕਿ ਭਾਬੀ ਦੀ ਲੰਮੀ ਉਮਰ ਚਾਹੀਦੀ ਹੈ, ਉਸ ਦਾ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ। ਮੋਹਨ ਨੇ ਹਰਕੌਰ ਦੇ ਕਹਿਣ ਤੇ ਸਾਰੀ ਚਿੱਠੀ ਇੱਕ ਵਾਰੀ ਪੜ੍ਹ ਕੇ ਦੁਬਾਰਾ ਸੁਣਾ ਦਿੱਤੀ ਹਰਕੌਰ ਨੂੰ। ਚਿੱਠੀ ਪੜ੍ਹਨ ਤੋਂ ਬਾਅਦ ਉਸ ਨੂੰ ਜਦੋਂ ਹੋਰ ਕੁਝ ਲਿਖਵਾਉਣ ਲਈ ਪੁੱਛਿਆ ਤਾਂ ਉਸਨੇ ਕਿਹਾ ਕਿ ਲਿਖ ਦੇ ਕਿ ਬਾਕੀ ਸਭ ਸੁੱਖ ਸਾਂਦ ਹੈ। ਹਰਕੌਰ ਦੀ ਇਹ ਗੱਲ ਤੇ ਮੋਹਨ ਬੜਾ ਹੈਰਾਨ ਹੁੰਦਾ ਹੈ ਤੇ ਇੰਨਾ ਕੁਝ ਹੋਣ ਦੇ ਬਾਵਜੂਦ ਅਜੇ ਵੀ ਕਹਿ ਰਹੀ ਹੈ ਹਰਕੌਰ ਕਿ ਲਿਖ ਦੇ ਬਾਕੀ ਸਭ ਸੁੱਖ ਸਾਂਦ ਹੈ। ਇਸ ਕਹਾਣੀ ਦਾ ਮੰਤਵ ਇਹ ਸੀ ਬੇਟਾ ਵੀ ਸੰਸਾਰ ਹੈ ਜਿਹੜਾ ਉਹ ਸਾਰਾ ਦੁੱਖਾਂ ਦਾ ਘਰ ਹੈ, ਠੀਕ ਹੈ। ਮੋਹਨ ਸਿੰਘ ਤੋਂ ਨਾਲੇ ਤਾਂ ਸਾਰੇ ਲੋਕ ਆਪਣੇ ਢਿੱਡ ਦੀਆਂ ਗੱਲਾਂ ਫਰੋਲ ਦਿੰਦੇ ਸੀ, ਆਪਣੇ ਦੁੱਖ ਦਰਦ ਤਕਲੀਫਾਂ ਆਰਥਿਕ ਤੰਗੀ ਬਾਰੇ ਸਾਰਾ ਕੁਝ ਲਿਖਾ ਲੈਂਦੇ ਸੀ, ਠੀਕ ਹੈ। ਉਹ ਲਿਖਦਾ ਰਹਿੰਦਾ ਸੀ। ਜਿਹੜੇ ਉਹ ਹਰਕੌਰ ਨੇ ਲਿਖਵਾਏ ਸੀ ਉਹਨੇ ਸਾਰਾ ਕੁਝ ਦੱਸ ਦਿੱਤਾ ਵੀ ਤੇਰੇ ਬਾਪੂ ਦੀ ਬਿਮਾਰੀ ਹੋ ਗਈ, ਠੀਕ ਹੈ, ਉਹਦੇ ਮੁਕੱਦਮੇ ਦੀ ਬਾਰੀ ਤੇ ਕਰਤਾਰੋ ਦੇ ਪੁੱਤਰ ਹੋ ਕੇ ਗੁਜ਼ਰ ਗਿਆ, ਠੀਕ ਹੈ। ਮੱਝ ਦੀ ਪੂੰਛ ਨੂੰ ਬਿਮਾਰੀ ਲੱਗ ਗਈ, ਬੱਚੇ ਨੂੰ ਵੇਚਣ ਦੀ ਬਾਰੀ, ਇਹ ਸਾਰੀਆਂ ਗੱਲਾਂ, ਆਰਥਿਕ ਤੰਗੀ ਕਰਦੀ ਸਾਰੀਆਂ ਗੱਲਾਂ ਲਿਖਣ ਦੇ ਬਾਵਜੂਦ ਉਸ ਤੋਂ ਬਾਅਦ ਲਾਸਟ ਦੇ ਵਿੱਚ ਉਹਨੇ ਕਿਹਾ ਹਰਕੌਰ ਨੇ ਵੀ ਬਾਕੀ ਹੁਣ ਲਿਖਦੇ ਸਭ ਸੁੱਖ ਸਾਂਦ ਹੈ। ਪਿੱਛੇ ਸੁੱਖ ਸਾਂਦ ਕੀ ਰਹਿ ਗਿਆ? ਜਦੋਂ ਇੰਨੇ ਦੁੱਖ ਦਰਦ ਤਕਲੀਫਾਂ ਲਿਖੀ ਦਿੱਤੀਆਂ ਫਿਰ ਬਾਅਦ ਚੋਂ ਸੁੱਖ ਸਾਂਦ ਕਾਹਦੀ, ਠੀਕ ਹੈ। ਇਹੀ ਇਸ ਕਹਾਣੀ ਦਾ ਮਤਲਬ ਹੈ ਬੇਟਾ ਵੀ ਬਾਕੀ ਸਭ ਸੁੱਖ ਸਾਂਦ ਹੈ। ਮੋਹਨ ਸਿੰਘ ਭੰਡਾਰੀ ਦੀ ਲਿਖੀ ਹੋਈ ਹੈ, ਬਹੁਤ ਵਧੀਆ ਇੰਟਰਸਟਿੰਗ ਕਹਾਣੀ ਹੈ। ਤੁਸੀਂ ਨੇ ਇਹ ਕਹਾਣੀ ਦਾ ਸਾਰ ਨੂੰ ਧਿਆਨ ਨਾਲ ਸਮਝਣਾ ਹੈ ਤੇ ਇਹ ਯਾਦ ਕਰਨਾ ਹੈ।